beings are lost. They totally forget what direction to go. What is the real path for them to go toward the actually real heaven, not the heaven which some kind of scriptures are describing in a way ਕਿ ਉੱਥੇ ਆ ਹੁੰਦਾ ਹੈ, ਇਸ ਤਰੀਕੇ ਨਾਲ ਹੁੰਦਾ ਹੈ. ਨਾ ਨਾ ਨਾ, ਜਿਹੜਾ ਜ਼ਿਕਰ ਆਇਆ ਪਗ ਜਿਖਿਆ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ. ਜਿਹੜੇ ਰਾਹ ਤੁਰਿਆ ਜਾਣਾ ਹੈ ਉਸ ਰਾਹ ਤੇ ਤੂੰ ਗਲਤ ਮੰਨ ਲਿਆ ਉਹਨੂੰ. ਫਿਰ ਕਿਆ ਨਰਪਤ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਪਿਖਾਰੇ. ਨਰਪਤ ਰਾਜਾ ਆਸਣ ਤੇ ਬੈਠਾ ਸੌਂ ਗਿਆ ਆ, ਸੁੱਤੇ ਪਏ ਨੂੰ ਸੁਪਨਾ ਆ ਰਿਹਾ. ਸੁਪਨੇ 'ਚ ਕੀ ਹੈਗਾ? ਭਿਖਾਰੀ ਬਣ ਗਿਆ, ਹੱਥ 'ਚ ਕਟੋਰਾ ਫੜਿਆ, ਮੰਗਦਾ ਫਿਰਦਾ, ਰੋ ਰਿਹਾ, ਚੀਕਾਂ ਮਾਰ ਰਿਹਾ. ਤੁਸੀਂ ਕਦੀ ਦੇਖੋ ਇਹੋ ਜਿਹੀ ਹਾਲਤ? ਜਿਨ੍ਹਾਂ ਨੂੰ ਨਾਈਟ ਡਰੀਮਸ ਆਉਂਦੇ ਨੇ, ਨਾਈਟ ਮੇਅਰਸ ਆਉਂਦੇ ਨੇ ਕਈ ਵਾਰੀ, ਅਤੇ ਉਹ ਕੀ ਹੁੰਦਾ ਆ, ਸੁੱਤਾ ਪਿਆ ਬੰਦਾ, ਸੁੱਤੇ ਪਏ ਨੂੰ ਕੋਈ ਇਹੋ ਜਿਹਾ ਸੁਪਨਾ ਆਇਆ, ਉਹ ਰੋ ਰਿਹਾ, ਕਰਲਾ ਰਿਹਾ, ਦੂਜਾ ਬੰਦਾ ਆ ਕੇ ਠਾਉਂਦਾ ਉਹਨੂੰ. ਕੀ ਕਰ ਰਿਹਾ? ਇਹ ਕੀ ਹੈ? ਇਹ ਵਿਸਰ ਗਿਆ ਉਹਨੂੰ ਕਿ ਮੈਂ ਬੈੱਡ ਤੇ ਪਿਆ ਆ, ਮੈਂ ਤੇ ਬੜੇ ਵੱਡੇ ਮਹਿਲ 'ਚ ਸੁੱਤਾ ਆ, ਮੇਰੀ ਤੇ ਬੜੀ ਕਮਾਲ ਦੀ ਇੱਥੇ ਦੁਨੀਆ ਆ, ਭੈਣ ਭਰਾ ਮਾਂ ਬਾਪ ਸਾਰਾ ਕੁਛ, ਇਹ ਮੈਂ ਕਿਉਂ ਕੁਰਲਾ ਰਿਹਾ? ਵਿਸਰ ਗਿਆ. ਸੁਰਤ ਵਿੱਚੋਂ ਮਾੜੀ ਜਿਹੀ ਚੀਜ਼ ਵਿਸਰੀ ਨਹੀਂ. ਉਹੀ ਬੰਦਾ, ਜਿਹੜਾ ਬੰਦਾ ਸੁਖ, ਮਲਹਾਰ, ਆਨੰਦ, ਜ਼ਿੰਦਗੀ ਦੇ ਮੰਗਲ ਰੰਗ ਨੂੰ ਮਾਣ ਰਿਹਾ ਜਾਂ ਮਾਣ ਸਕਦਾ ਆ, ਉਹ ਬਿਲਕੁਲ ਥਰਡੇ ਲੈਵਲ ਤੇ ਆ ਗਿਆ, ਲੋਅਰ ਲੈਵਲ ਤੇ ਆ ਗਿਆ. ਸਾਡੇ ਬਹੁਤਿਆਂ ਦੇ ਰੁਦਨ, ਸਾਡੀ ਬਹੁਤਿਆਂ ਦੀ ਜਿਹੜੀ ਕਲਾ ਕਲੇਸ਼, ਪਿੱਟ ਸਿਆਪਾ, ਸਭ ਕੁਝ ਇਹ ਵਿਸਾਰਨ ਕਰਕੇ ਆ ਰਿਹਾ. ਜਿਵੇਂ ਅਸੀਂ ਇਸ ਚੀਜ਼ ਨੂੰ ਉਸ ਰੂਪ ਵਿੱਚ ਜਿਹੜਾ ਹੈ ਅਹਿਸਾਸ ਕਰ ਲਈਏ. ਕਿੱਥੇ ਆ? ਗੁਰੂ ਸਾਹਿਬ ਜ਼ਿਕਰ ਕਰਦੇ, ਬਾਣੀ 'ਚ ਸ਼ਬਦ ਪੜ੍ਹਦੇ, ਮਹਾਰਾਜ ਕਹਿੰਦੇ ਕਿ ਤੂੰ ਵਿਸਰੈ ਤੋ ਸਭ ਕੋ ਲਾਗੂ. ਜੇ ਕਿਤੇ ਤੂੰ ਵਿਸਰ ਜਾਏ ਫਿਰ ਸਭ ਕੁਝ ਹੀ ਲਾਗੂ ਹੋ ਜਾਂਦਾ. ਫਿਰ ਸਾਰਾ ਕੁਛ ਹੀ ਬੰਦੇ ਦੇ ਉੱਤੇ ਚੜਾਇਆ ਆ ਚੜ੍ਹਦਾ ਆ. ਹਰ ਤਰ੍ਹਾਂ ਦੀਆਂ ਵਕਾਰ, ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ, ਹਰ ਤਰ੍ਹਾਂ ਦੇ ਪਸ਼ੇਮੀਨਤਾ, ਹਰ ਤਰ੍ਹਾਂ ਦੀ ਚਿੰਤਾ, ਸਭ ਕੁਝ. ਜਿਵੇਂ ਹੀ ਤੂੰ ਚਿਤ ਆਏ ਮਹਾ ਆਨੰਦਾ. ਤੂੰ ਚਿਤ ਆਇਆ ਨਹੀਂ ਤੇ ਮਹਾ ਆਨੰਦ. ਜਿਸ ਵਿਸਰੈ ਸੋ ਮਰ ਜਾਈ ਜੀਓ. ਤੂੰ ਵਿਸਰਿਆ ਨਹੀਂ ਤੇ ਬੰਦਾ ਮਰਿਆ ਨਹੀਂ. ਆਪ ਦੇਖੋਗੇ ਇਹਦੇ ਬਾਰੇ ਬਹੁਤ ਸਟੱਡੀਜ਼ ਨੇ ਸਾਡੇ ਕੋਲ ਮੈਂਟਲ ਹੈਲਥ ਦੇ ਵਿੱਚ. ਕਈ ਵਾਰ ਲੋਕੀ ਸ਼ਿਕਾਇਤ ਕਰਦੇ ਨੇ ਜਿਵੇਂ ਪੈਨਿਕ ਅਟੈਕਸ ਹੋ ਜਾਣੇ, ਜਿਵੇਂ ਬੰਦਿਆਂ ਨੂੰ ਸੋਫੋਕੇਸ਼ਨ ਹੋ ਜਾਣੀ. ਬੰਦਾ ਕਹਿੰਦਾ ਮੈਨੂੰ ਤੇ ਸਾਹ ਨਹੀਂ ਆ ਰਿਹਾ, ਮੇਰਾ ਤੇ ਸਾਹ ਰੁਕ ਗਿਆ, ਉਤਲਾ ਉੱਤੇ ਥੱਲੜਾ ਥੱਲੇ, ਰਲ ਨਹੀਂ ਰਿਹਾ ਸਾਹ. ਫਿਜ਼ੀਕਲੀ ਚੈੱਕ ਕਰੋਗੇ ਕੋਈ ਪ੍ਰੋਬਲਮ ਨਹੀਂ, ਹਾਰਟ ਪ੍ਰੋਪਰ ਕੰਮ ਕਰਦਾ, ਕੋਈ ਕਿਸੇ ਕਿਸਮ ਦੇ ਨਾਲ ਮੈਡੀਕਲ ਸਾਈਡ ਤੋਂ ਕੋਈ ਲੈਕਿੰਗ ਨਹੀਂ, ਕੋਈ ਡਿਫੀਸ਼ੈਂਸੀ ਨਹੀਂ, ਕੋਈ ਇੱਕਦਮ ਕਿਸੇ ਕਿਸਮ ਦੀ ਕੋਈ ਡਿਜ਼ੀਜ਼, ਬਿਮਾਰੀ, ਕੁਛ ਨਹੀਂ ਹੋਇਆ. ਕੀ ਹੈ? ਮਨ ਮੰਡਲ ਦੀ ਦੁਨੀਆ 'ਚ ਕਿਸੇ ਇੱਕ ਥਾਟ, ਕਿਸੇ ਇੱਕ ਰਾਏ, ਕਿਸੇ ਇੱਕ ਵਿਚਾਰ ਨੇ ਇੰਨਾ ਕੁ ਜ਼ੋਰ ਪਾ ਦਿੱਤਾ ਹੈ, ਬੰਦਾ ਉਹਦੇ 'ਚ ਇਤਨਾ ਗਵਾਚ ਗਿਆ ਹੈ. ਉਹਦਾ ਸਿਸਟਮ ਜਿਹੜਾ ਆਟੋ ਪਰਫਾਰਮਿੰਗ ਵੇ ਨਾਲ ਕੰਮ ਕਰਦਾ ਸੀਗਾ, ਕਿਉਂਕਿ ਤੁਸੀਂ ਸਾਹ ਲੈਂਦੇ ਨਹੀਂ, ਸਾਹ ਤੇ ਆਪ ਹੀ ਆ ਰਿਹਾ, ਉਹ ਰੁਕ ਗਿਆ. ਬ੍ਰੇਨ ਇਤਨਾ ਜ਼ਿਆਦਾ ਉਸ ਤਰੀਕੇ ਨਾਲ ਕਹਿ ਲਓ ਕਿ ਸਟ੍ਰੈਸਡ ਹੋ ਗਿਆ ਆ, ਉਹਨੇ ਬਾਕੀ ਸਾਰਾ ਕੁਝ ਸ਼ਟ ਡਾਊਨ ਕਰਨ ਵਾਲੇ ਪਾਸੇ ਤੁਰ ਪਿਆ. ਉਹ ਕਹਿੰਦਾ ਨੋ, ਮੈਂ ਤੇ ਮੇਰੇ ਕੋਲ ਇੰਨੀ ਐਬਿਲਿਟੀ ਨਹੀਂ ਕਿ ਮੈਂ ਇਸ ਆਟੋ ਓਪਰੇਟਿੰਗ ਸਿਸਟਮ ਨੂੰ ਹੀ ਪਰਫਾਰਮ ਕਰ ਸਕਾਂ. ਉਹ ਸੱਚ ਕਹਿ ਰਹੇ, ਲੋਕ ਸਾਹ ਨਹੀਂ ਆ ਰਿਹਾ. ਕਿਉਂ? ਕਿਉਂਕਿ ਉੱਥੋਂ ਰਿਲੀਜ਼ ਹੀ ਨਹੀਂ ਕਰ ਰਹੇ, ਇਤਨੀ ਸਟ੍ਰੈਸ ਉਹਦੇ ਕੋਲ, ਇਤਨਾ ਕੁਛ ਹੈ. ਉਹ ਕਹਿੰਦਾ ਨੋ, ਫੋਰਗੇਟ ਅਬਾਊਟ ਇਟ. ਇਹ ਤੇ ਆਲਮੋਸਟ ਜਿਹੜਾ ਹੈ ਕੰਮ ਖਤਮ ਹੋਣ ਦੇ ਨੇੜੇ ਆ. ਉਹਨੂੰ ਲੱਗ ਰਿਹਾ ਹੈ ਕਿ ਇਹ ਤੇ ਬੰਦੇ ਦਾ ਆਖਰੀ ਸਮਾਂ ਹੀ ਆ ਗਿਆ, ਸਰੂਪ ਦੇ 'ਚ ਬਾਤ ਹੋ ਗਈ ਹੈ. ਇਹ ਸਭ ਚੀਜ਼ਾਂ ਸਾਡੇ ਅੰਦਰੋਂ ਜਦੋਂ ਅਸੀਂ ਚੰਗਿਆਈ, ਅੱਛਿਆਈ, ਤੇ ਚੰਗਿਆਈ ਅੱਛਾਈ ਦਾ ਸਭ ਤੋਂ ਵੱਡਾ ਸਿੰਬਲ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਰੱਬ ਆਪ ਹੈ. ਜਿਹਨੂੰ ਰੱਬ ਵਿਸਰਿਆ ਨਹੀਂ, ਜਿਹਨੂੰ ਉਹ ਸਿਰਜਣਹਾਰ ਵਿਸਰਿਆ ਨਹੀਂ, ਮਹਾਰਾਜ ਕਹਿੰਦੇ ਜੀਵਨ ਖੁਆਰੀ ਦਾ ਭਰ ਗਿਆ. ਖੁਆਰਤ ਹੋਣ ਦਾ ਮਤਲਬ ਇਹ ਹੁੰਦਾ ਹੈ ਦੁਸ਼ਵਾਰੀਆਂ. ਬੰਦੇ ਨੇ ਜੋ ਮਰਜ਼ੀ ਕਰ ਲਿਆ. ਲੋਕੀ ਕਈ ਵਾਰੀ ਕਹਿ ਵੀ ਦਿੰਦੇ ਨੇ ਕਿ ਬੜੇ ਪਾਪੜ ਵੇਲੇ ਜੀ, ਬੜੀਆਂ ਬਾਜੀ ਜੂਨ ਕੱਟੀ ਹੋ ਗਈ, ਬਹੁਤ ਬੜੀਆਂ ਚੋਇਸਿਸ ਬਣਾਈਆਂ, ਬੜਾ ਕੋਈ ਡਿਫਰੈਂਟ ਕਰਨ ਦਾ ਦੇਖਿਆ ਕਿ ਕਿਤੋਂ ਕੋਈ ਸੁੱਖ, ਚੈਨ, ਸ਼ਾਂਤੀ, ਕੁਛ ਵੀ ਨਹੀਂ ਮਿਲਿਆ. ਭਾਈ ਗੱਲ ਇਹ ਹੈ, ਗੁਰੂ ਅਰਜਨ ਸਾਹਿਬ ਨੂੰ ਯਾਦ ਫਿਰ ਕਰਦੇ ਆ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ.
ਤੂੰ ਮਾਇਆ ਦੇ ਭੋਗ ਇਕੱਠੇ ਕਰ ਰਿਹਾ, ਤੂੰ ਕਹਿ ਰਿਹਾ ਇਹਨਾਂ ਦੇ ਢੇਰ ਤੇ ਬਹਿ ਜਾਵਾਂਗਾ ਬਸ ਫਿਰ ਸੁੱਖ ਹੀ ਸੁੱਖ ਹੈ। ਬਾਬਾ ਜੀ ਕਹਿੰਦੇ ਭਲੇ ਬੰਦੇ, ਅਸਲ ਚੀਜ਼ ਭੁੱਲ ਗਿਆ ਤੂੰ, ਪਰਮੇਸ਼ਰ ਤੇ ਭੁੱਲਿਆ, ਤੈਨੂੰ ਉਹ ਭੁੱਲ ਗਿਆ। ਇਸ ਲਈ ਕਈ ਵਾਰੀ ਬੜੀ ਮੈਂ ਮਾਫੀ ਚਾਹਾਂਗਾ, ਮੈਂ ਫਿਰ ਇੰਟਲੈਕਟ ਤੋਂ ਬਾਤ ਸ਼ੁਰੂ ਕੀਤੀ ਸੀ। ਕਈ ਵਾਰੀ ਉਹ ਇੰਟਲੈਕਟ ਇਹ ਕਹਿੰਦਾ ਆ, ਵਾਈ ਡੂ ਰਿਪੀਟ ਸੇਮ ਕਾਈਂਡ ਆਫ ਥਿੰਗਸ ਐਵਰੀ ਡੇ। ਭਾਈ ਗੱਲ ਇਹ ਹੈ, ਰੈਪੀਟੀਸ਼ਨ ਨਾਲ ਚੀਜ਼ਾਂ ਯਾਦ ਰਹਿੰਦੀਆਂ ਨੇ। ਜਿੱਥੇ ਰੈਪੀਟੀਸ਼ਨ ਬੰਦ ਹੋ ਜਾਂਦੀ ਹੈ ਚੀਜ਼ਾਂ ਭੁੱਲ ਜਾਂਦੀਆਂ। ਆਪ ਕਦੀ ਦੇਖੋ, ਮੈਨੂੰ ਸਰਲ ਭਾਵ ਵਿੱਚ ਗਿਆਨ ਬਿਆਨ ਕਰਦਾ ਕਿ ਜਿਵੇਂ ਮਿਲਟਰੀ ਹੈ, ਲਾਅ ਐਨਫੋਰਸਮੈਂਟ ਵਾਲਿਆਂ ਦੀਆਂ ਜਿਹੜੀਆਂ ਫੋਰਸਿਸ ਹੁੰਦੀਆਂ ਨੇ, ਇਹਨਾਂ ਦੀ ਇੱਕ ਵਾਰੀ ਬੜੀ ਇੰਟੈਂਸ ਅਤੇ ਬੜੀ ਲੰਮੀ ਟ੍ਰੇਨਿੰਗ ਕਰਾਈ ਜਾਂਦੀ ਹੈ। ਅਤੇ ਉਹ ਕਰਾ ਕੇ ਉਹ ਕਹਿੰਦੇ ਹਾਂ ਹੁਣ ਇਹ ਰੈਡੀ ਨੇ, ਐਨੀ ਕਾਈਂਡ ਆਫ ਸਿਚੁਏਸ਼ਨ 'ਚ ਇਹ ਪਰਫੋਰਮ ਕਰ ਸਕਦੇ ਨੇ, ਇਹ ਭੁੱਖੇ ਵੀ ਰਹਿ ਸਕਦੇ ਨੇ, ਰਾਤ ਨੂੰ ਜਾਗ ਵੀ ਸਕਦੇ ਨੇ, ਇਹ ਇਹਨਾਂ ਦੇ ਮਸਲਸ ਐਬਿਲਿਟੀ ਆ ਗਈ ਹੈ, ਵੈਪਨ ਨਾਲ ਵੀ ਹੈਂਡਲ ਕਰ ਸਕਦੇ ਨੇ, ਹਰ ਤਰ੍ਹਾਂ ਦਾ ਸਟਰੈਸ ਵੀ ਮਤਲਬ ਪੂਰੇ ਅਸੀਂ ਪ੍ਰਪੇਅਰ ਕਰ ਦਿੱਤੇ। ਪਰ ਇਹ ਕਰਨ ਤੋਂ ਬਾਅਦ ਇਹ ਥੋੜ੍ਹਾ ਕਿ ਛੱਡ ਦਿੰਦੇ ਨੇ, ਡਰਿਲ ਹੁੰਦੀ ਉਹਨਾਂ ਦੀ ਵਾਰ-ਵਾਰ, ਉਹਨਾਂ ਨੂੰ ਵਾਰ-ਵਾਰ ਸੇਮ ਰੈਪੀਟੀਸ਼ਨ ਹੋਈ ਜਾਂਦੀ ਵੀ ਗੱਲ ਕੀ ਹੈ, ਹੋ ਤੇ ਗਿਆ ਹੁਣ ਇਹ ਕੀ। ਭਾਈ ਗੱਲ ਇਹ ਹੈ, ਇਹ ਯਾਦ, ਇਹ ਕੀਤਾ, ਇਹ ਸਭ ਕੁਝ ਜਿਹੜਾ ਆ, ਜੇ ਇਹਦਾ ਦੁਹਰਾਓ ਨਾ ਹੋਇਆ ਇਹ ਭੁੱਲ ਜਾਏਗਾ, ਇਹ ਚਲਾ ਜਾਏਗਾ। ਤੇ ਸੁਰਤ 'ਚੋਂ ਜਿਵੇਂ ਵਿਸਰਿਆ, ਮਤਲਬ ਜਿਵੇਂ ਗਿਆ ਨਹੀਂ ਗਾ। ਸਪੋਜ਼ ਡਿਪੈਂਡੈਂਸੀ ਕੀ ਹੁੰਦੀ ਹੈ, ਇਹਦਾ ਨੈਕਸਟ ਲੈਵਲ ਸਲੇਵਰੀ ਹੈ, ਗੁਲਾਮੀ। ਬੰਦਾ ਸਭ ਤੋਂ ਵੱਡਾ ਗੁਲਾਮ, ਮਤਲਬ ਤੁਸੀਂ ਚੀਜ਼ਾਂ ਦੇਖੋ, ਸਾਨੂੰ ਕਿਹਾ ਗਿਆ ਸੀ ਅਮਲ ਪ੍ਰਸ਼ਾਦੇ ਦਾ, ਬਸ ਇਹੋ ਹੀ ਚੀਜ਼ ਹੈ। ਫੂਡ ਤੋਂ ਬਿਨਾਂ ਬੰਦਾ ਨਹੀਂ ਰਹਿ ਸਕਦਾ। ਬਾਕੀ ਹੋਰ ਚੀਜ਼ ਜਿਹੜੀ ਹੈ ਫੂਡ ਤੋਂ ਆਲੇ ਦੁਆਲੇ ਵਾਲੀ ਜਿਹੜੀ ਚੀਜ਼ ਹੁੰਦੀ ਹੈ, ਜਿਹਦੇ 'ਚ ਨਸ਼ੇ ਲੈ ਲਓ, ਜਿਹਦੇ 'ਚ ਸਬਸਟੈਂਸ ਲੈ ਲਓ, ਸਭ ਚੀਜ਼ਾਂ ਕੀ ਹੈ, ਡਿਪੈਂਡੈਂਸੀ। ਬੰਦੇ ਵਿਸਰ ਹੀ ਜਾਂਦੇ ਨੇ ਕਿ ਇਹਦੇ ਤੋਂ ਬਿਨਾਂ ਵੀ ਜੀਆ ਜਾ ਸਕਦਾ। ਇਹੀ ਹੈ, ਖੁਆਰੀ ਹੋ ਰਹੀ ਹੈ ਦੁਨੀਆ ਭਰ ਦੇ ਵਿੱਚ। ਅੱਜ ਤੁਸੀਂ ਇਹ ਦੇਖੋ, ਅਸੀਂ ਕਹਿ ਰਹੇ ਹਾਂ ਵੀ ਕਰੋਨਾ ਵਾਇਰਸ ਬੜਾ ਡੈਡਲੀ, ਬੜਾ ਫੈਟਲ ਵਾਇਰਸ ਆ, ਇਟਸ ਕਿਲਿੰਗ a lot of people, it's actually giving huge trouble to our medical system, all that. Oh, forget about it. ਇੱਕ ਲੈਵਲ ਤੇ ਨੋ ਡਾਊਟ, ਮੈਂ ਡਾਊਟ ਨਹੀਂ ਕਰਦਾ ਕਿ ਬਿਲਕੁਲ ਹੈ, ਪਰ ਤੁਸੀਂ ਦੇਖੋ ਨਸ਼ੇ ਕਿਹੜੀ ਹਾਲਤ ਕਰ ਰਹੇ ਅੱਜ ਦੀ ਹਾਲਤ ਵਿੱਚ ਵੀ। ਇਕੱਲੇ ਓਵਰਡੋਜ਼ ਦੀ ਗੱਲ ਕਰ ਦਿੱਤੀ ਜਾਏ ਤੇ ਜਿਵੇਂ ਮਤਲਬ ਇਸ ਤਰ੍ਹਾਂ ਕਹਿ ਲਓ ਕਿ ਖੂਨ ਜਿਹੜਾ ਆ ਉਹ ਨਾਲੀਆਂ 'ਚ ਡੁੱਲ ਰਿਹਾ ਸਿੱਧੇ ਤੌਰ ਤੇ। ਇਹ ਰਿਐਲਿਟੀ ਹੈ ਲਗਾਤਾਰਤਾ ਦੇ ਨਾਲ। ਤੇ ਜਿਹੜੀ ਕਿਹਾ ਜਾ ਰਿਹਾ ਨਾ ਮੈਂਟਲ ਹੈਲਥ ਤੇ ਬੜੀ ਸਵੀਅਰ ਸਿਚੁਏਸ਼ਨ ਹੈ ਡਿਊ ਟੂ ਪੈਂਡੈਮਿਕ। ਮੈਂ ਜੇ ਹੁਣੀ ਸਵੇਰੇ ਹੀ ਚੜ੍ਹਦੀ ਸਵੇਰੀ ਲੰਡਨ ਸਾਈਡ ਦੀਆਂ ਰਿਪੋਰਟਸ ਵਗੈਰਾ ਕੁਝ ਪੜ੍ਹ ਰਿਹਾ ਸੀਗਾ, ਜਿਹਦੇ 'ਚ ਦੱਸ ਰਹੇ ਸੀਗੇ ਕਿ ਡੋਮੈਸਟਿਕ ਵਾਇਲੈਂਸ ਜਿਹੜੀ ਹੈਗੀ ਹੈ ਉਹ 50% ਇਨਕਰੀਜ਼ ਹੋ ਗਈ ਹੈ। ਘਰਾਂ ਦੀ ਹਾਲਤ ਬੜੀ ਇਹ ਸਭ ਕੁਝ ਹੋ ਗਿਆ। ਪਰ ਉਹ 'ਚ ਮਾਫੀ ਮੰਗਦੇ ਮੈਂ ਬਿਆਨ ਕਰ ਰਿਹਾ, ਬਾਕੀ ਸਾਰਾ ਕੁਝ ਤੇ ਬੰਦ ਹੈ। ਲਿਕਰ ਸਟੋਰ ਤੇ ਓਪਨ ਨੇ, ਦੇ ਆਰ ਕਮਿੰਗ ਅੰਡਰ ਅਸੈਂਸ਼ੀਅਲ ਸਰਵਿਸਿਜ਼, ਤੇ ਉਹਨਾਂ ਦੀ ਸੇਲ ਦੇਖੋ ਕਿਸ ਲੈਵਲ ਤੇ ਗਈ ਹੈ। ਤੇ ਇਹ ਹਾਲਤ ਕੀ ਹੈ, ਬੰਦੇ ਨੂੰ ਲੱਗ ਰਿਹਾ ਬਾਕੀ ਸਭ ਕੁਝ ਤਾਂ ਇਹਦੇ ਮੈਨੂੰ ਤਾਂ ਨੀਂਦ ਹੀ ਨਹੀਂ ਆਉਣੀ। ਇਹ ਵਿਸਰ ਹੀ ਗਿਆ, ਨੀਂਦ ਇਸ ਕੈਮੀਕਲ ਨਹੀਂ ਆਉਂਦੀ, ਕਿਵੇਂ ਯਾਦ ਕਰਾਂਗਾ ਫਿਰ ਇਹਦੇ ਲਈ। ਬਿਲਕੁਲ ਇਹ ਹੈ ਕਿ ਜਿਵੇਂ ਕਈ ਵਾਰ ਲੋਕੀ ਕਹਿੰਦੇ ਨੇ, ਉਹ ਭਾਜੀ ਹੁਣ ਘਰ ਨੂੰ ਅੱਗ ਲੱਗੀ ਹੈ, ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ, ਤੁਸੀਂ ਗੱਲਾਂ ਕਰਦੇ ਹੋ ਕਿ ਭਾਈ ਸੇਫਟੀ ਕਰਨੀ ਸੀ, ਇਸ ਤਰ੍ਹਾਂ ਕਰਨੀ ਸੀ, ਇਸ ਤਰ੍ਹਾਂ ਕਰਨਾ ਸੀਗਾ। ਭਾਈ ਗੱਲ ਠੀਕ ਹੈ, ਪਰ ਐਕਚੁਅਲ ਲੈਵਲ ਤੇ ਮਿਸਟੇਕ ਉੱਥੇ ਹੋਈ ਹੈ। ਮਿਸਟੇਕ ਇਹੀ ਹੈ, ਰੱਬ ਵਿਸਰਿਆ ਨਹੀਂ, ਕਰਤਾਰ ਵਿਸਰਿਆ ਨਹੀਂ, ਭਜਨ ਬੰਦਗੀ ਵਿਸਰੀ ਨਹੀਂ, ਰੂਹਾਨੀਅਤ ਜੀਵਨ ਵਿੱਚੋਂ ਗਈ ਨਹੀਂ, ਸਪਿਰਿਚੁਅਲਿਟੀ ਸਾਈਡ ਤੋਂ ਤੁਸੀਂ ਇਨਵੈਸਟਮੈਂਟ ਬੰਦ ਕਰ ਦਿੱਤੀ, ਆਪਣੇ ਟਾਈਮ ਦੀ, ਆਪਣੀ ਐਨਰਜੀ ਦੀ। ਭਾਈ ਬਾਕੀ ਸਭ ਕਾਸੇ ਨੇ ਓਵਰਟੇਕ ਕਰ ਲੈਣਾ, ਘਬਰਾਓ ਨਾ। ਇਹੀ ਖੁਆਰੀ ਹੈ। ਕੋਈ ਖੁਆਰੀ ਇਹ ਨਹੀਂ ਕਿ ਬੰਦਾ ਕਹਿੰਦਾ ਵੀ ਇੱਕ ਕਰਤਾਰੀ ਨਿਯਮ ਹੈ। ਕੁਦਰਤ ਬੜੇ ਕਮਾਲ ਨਾਲ ਕੰਮ ਚੀਜ਼ਾਂ ਕਰਦੀ ਹੈ। ਤੁਸੀਂ ਪ੍ਰੋਪਰ ਆਪਣੀ ਹਿਲਜੁਲ ਬੰਦ ਕਰ ਦਿਓ, ਐਕਸਰਸਾਈਜ਼ ਬੰਦ ਕਰ ਦਿਓ, ਇਹ ਸਭ ਚੀਜ਼ਾਂ ਬੰਦ ਕਰ ਦਿਓ। ਕੁਦਰਤ ਉਹਦਾ ਉਸ ਲੈਵਲ ਦੇ ਕੌਨਸੀਕੁਐਂਸਿਸ ਫੇਸ ਕਰਾਏਗੀ ਤੁਹਾਨੂੰ। ਬੰਦਾ ਕਹਿ ਲਿਆ ਮੈਂ ਤਾਂ ਐਕਸਰਸਾਈਜ਼ ਛੱਡ ਦਿੱਤੀ, ਮੈਂ ਤਾਂ ਹਫਤਾ ਹੋ ਗਿਆ ਛੱਡੀ, ਕੁਛ ਨਹੀਂ ਹੋਇਆ। ਭਾਈ ਹਫਤਾ ਨਹੀਂ, ਇਹਦਾ ਇੱਕ ਆਪਣਾ ਪ੍ਰੋਸੈਸ ਹੈ। ਹਾਂ, ਕਈਆਂ ਨੂੰ ਹਫਤੇ ਬਾਅਦ ਪਤਾ ਲੱਗਦਾ, ਕਈਆਂ ਨੂੰ ਮਹੀਨੇ ਬਾਅਦ, ਕਈਆਂ ਨੂੰ ਸਾਲ ਬਾਅਦ, ਪਰ ਇਹ ਸੱਚਾਈ ਹੈ, ਪਤਾ ਜ਼ਰੂਰ ਲੱਗੇਗਾ। ਜਿਵੇਂ ਹੀ ਤੁਸੀਂ ਇਸ ਕਿਸਮ ਦੀ ਐਕਸਰਸਾਈਜ਼ ਛੱਡੀ ਨਹੀਂ ਤੇ ਜ਼ਿੰਦਗੀ ਬਰਬਾਦੀ ਤੇ ਤਬਾਹੀ ਵਾਲੇ ਪਾਸੇ ਤੁਰੀ ਨਹੀਂ।
गुरु अर्जन साहब, हर बिसर सदा खुआरी। फिर क्या तां को धोखा कहाँ व्यापै। धोखा ਬੰਦਾ ਕਹਿੰਦਾ ਬਾਹਰ ਮੈਨੂੰ ਫਲਾਣੇ ਨੇ ਧੋਖਾ ਦੇਤਾ, ਫਲਾਣੇ ਨੇ ਧੋਖਾ ਦੇਤਾ, ਤੇ ਅਸੀਂ ਕਈ ਵਾਰੀ ਇਹ ਗੱਲ ਕਹਿੰਦੇ ਹਾਂ ਕਿਵੇਂ ਧੋਖਾ ਦੇਤਾ ਤੈਨੂੰ, ਤੇਰੀ ਅਕਲ ਘਾਹ ਚਰਨ ਗਈ ਸੀ। ਯੂ ਨੋ ਦਿਸ ਇਜ਼ ਪੰਜਾਬੀ ਈਡੀਅਮ ਵੀ ਮਾਈਟ ਯੂਜ਼ ਐਕਚੁਅਲੀ ਟਾਈਮ ਟੂ ਟਾਈਮ। ਹੁਣ ਕੀ ਆ ਮਤਲਬ, ਧੋਖਾ ਕਿਹਨੇ ਦਿੱਤਾ? ਅਕਲ ਤੇ ਘਾਹ ਚਰਨ ਨਹੀਂ ਨਾ ਜਾਂਦੀ, ਅਕਲ ਤੇ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਂਦੀ, ਧੋਖਾ ਦੇ ਗਈ। ਧੋਖਾ ਕਿਉਂ ਦੇਗੀ? ਕਿਉਂਕਿ ਤੁਸੀਂ ਅਟੈਂਸ਼ਨ ਪੇ ਨਹੀਂ ਕੀਤੀ। ਤੇ ਅਟੈਂਸ਼ਨ ਪੇ ਕਿਉਂ ਨਹੀਂ ਕਰਾਂਗੇ? ਬੰਦੇ ਦੀ ਅਕਲ ਕਦੋਂ ਮਾਰੀ ਜਾਂਦੀ ਹੈ? ਲਾਲਚ। ਬੰਦਾ ਲਾਲਚ ਵਸਾ ਕੇ ਦਗਾ ਖਾਂਦਾ। ਉਸ ਤੋਂ ਬਾਅਦ ਕ੍ਰੋਧ। ਤੁਸੀਂ ਦੇਖੋ ਜਸਟ ਇਸ ਤਰ੍ਹਾਂ ਕਹਿ ਲਓ ਕਿ ਮੂਮੈਂਟ ਆਫ ਹੀਟ ਹੁੰਦੀ ਹੈ, ਗੁੱਸਾ ਆਇਆ ਹੈ, ਗੁੱਸੇ 'ਚ ਬੰਦੇ ਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ, ਕਿਸੇ ਨੂੰ ਬੋਲਣਾ, ਕਿਸੇ ਨੂੰ ਕੁੱਟਣਾ, ਕਿਸੇ ਲੜਨਾ। ਕੀ ਹੈ ਐਕਚੁਅਲੀ? ਗੁੱਸਾ ਆ, ਐਂਗਰ। ਬਾਅਦ 'ਚ ਰਿਅਲਾਈਜ਼ ਹੁੰਦਾ, ਓ ਮਾਈ ਗॉश, ਇਹ ਮੈਸ ਕੀ ਬਣਾ ਲਈ ਮੈਂ, ਬਈ ਅਕਲ ਧੋਖਾ ਦੇ ਗਈ। ਇਹ ਸਭ ਚੀਜ਼ਾਂ ਨੇ ਇਹੀ ਹੈ। ਹਰੀ ਨੂੰ ਯਾਦ ਕਰਾਂਗੇ, ਹਰੀ ਵਾਰ-ਵਾਰ ਦੱਸੇਗਾ ਭਰੋਸਾ ਕਰ ਉਹਦੇ ਤੇ, ਜਿੰਨਾ ਤੂੰ ਕਰ ਸਕਣਾ ਉਹ ਕਰ, ਤੇਰਾ ਜਿਹੜਾ ਕਰਨ ਵਾਲਾ ਕੰਮ ਹੈ ਉਹ ਕਰ, ਬਾਕੀ ਕਰਤਾਰ ਤੇ ਛੱਡ। ਇਹੀ ਹੈ ਬੰਦੇ ਦੇ ਅੰਦਰ ਇੱਕ ਡਿਟੈਚਮੈਂਟ, ਸੰਸਾਰ 'ਚ ਰਹਿੰਦਿਆਂ ਹੋਇਆਂ ਬਿਲਕੁਲ ਤਿਆਗ ਦੇ ਭਾਵ ਦੇ। ਸਿਮਰਨ ਇਹੀ ਕਰਾਉਂਦਾ। ਸਿਮਰਨ ਅਸਲ ਦੇ ਵਿੱਚ ਤੁਹਾਡੀ ਸੁਰਤ, ਤੁਹਾਡੇ ਖਿਆਲਾਂ, ਬੋਲ ਬਾਣੀ ਦੇ ਬਚਨਾਂ ਦੇ ਉਹਨਾਂ ਰੰਗਾਂ ਦੇ ਵਿੱਚ ਆਉਂਦਾ ਆ, ਤੇ ਫਿਰ ਹੌਲੀ ਹੌਲੀ ਕਰਕੇ ਤੁਹਾਡਾ ਮਨ ਹੀ ਤੁਹਾਨੂੰ ਦੱਸਣਾ ਸ਼ੁਰੂ ਕਰਦਾ ਕੀ ਕਰਨਾ ਆ। ਕਿਉਂ? ਕਿਉਂਕਿ ਉਹਨੂੰ ਗੁਰੂ ਗਾਈਡ ਕਰਦਾ ਆ, ਗੁਰਮੱਤ ਆਉਂਦੀ ਹੈ। ਜਦੋਂ ਗੁਰਮੱਤ ਵਰਤਦੀ ਹੈ ਨਾ, ਫਿਰ ਤੁਹਾਡਾ ਆਪਣਾ ਜਿਹੜਾ ਮੱਤ ਤੇ ਤੁਹਾਡੀ ਆਪਣਾ ਮਨ ਹੈ ਉਹ ਵੀ ਉਸ ਨੂੰ ਸਹੀ ਰੂਪ ਦੇ ਵਿੱਚ ਸਮਝਣ ਵਾਸਤੇ ਤਿਆਰ ਹੋ ਜਾਂਦਾ ਹੈ। ਫਿਰ ਉਹ ਧੋਖਾ ਨਹੀਂ ਖਾਂਦਾ। ਇੱਥੇ ਸਾਹਿਬ ਨੇ ਕਿਹਾ ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਓਟ ਦਾ ਮਤਲਬ ਹੀ ਆਸਰਾ ਹੁੰਦਾ ਆ, ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਕਰਕੇ। ਇੱਕ ਤਾਂ ਹੈਗਾ ਕਿ ਸੁਪਰਸਟੀਸ਼ੀਅਸ ਬਿਲੀਵ ਸਿਸਟਮ ਦੇ ਵਿੱਚ ਰਹਿਣਾ ਕਿ ਕੋਈ ਨਾ ਰੱਬ ਕਰੇਗਾ, ਇਸ ਕਿਸਮ ਦਾ। ਸਿੱਖੀ ਨੇ ਤਾਂ ਕਦੀ ਵੀ ਨਹੀਂ ਕਿਹਾ। ਗੁਰੂ ਸਾਹਿਬ ਨੇ ਕਿਹਾ ਤੂੰ ਕਰਨਾ, ਕਰਾਉਣਾ ਕਰਤਾਰ ਨੇ ਹੈ, ਤੈਨੂੰ ਤਾਂ ਹੀ ਤੇ ਜੀਵਨ ਦਿੱਤਾ। ਉਹਨੇ ਆਪ ਤੇ ਰੂਪ ਧਾਰ ਕੇ ਨਹੀਂ ਨਾ ਆਉਣਾ। ਰੱਬ ਤੇ ਜੰਮਦਾ ਨਹੀਂ, ਅਜੂਨੀ ਆ ਉਹ। ਤੈਨੂੰ ਜਨਮ ਕਾਹਦੇ ਲਈ ਦਿੱਤਾ ਉਹਨੇ? ਤੈਨੂੰ ਐਨਰਜੀ ਕਿਉਂ ਦਿੱਤੀ ਹੈ? ਤੈਨੂੰ ਇਹ ਥਾਟ ਫੁਰਨਾ ਆ ਰਿਹਾ ਦਾ ਮਤਲਬ ਤੈਨੂੰ ਉਹ ਕਹਿ ਰਿਹਾ ਕਰ, ਤੈਨੂੰ ਪਿਕ ਕੀਤਾ ਉਹਨਾਂ ਦੇ ਵਾਸਤੇ। ਇਹ ਰੂਪ ਆ ਜਿਹੜਾ ਇਹ ਅਹਿਸਾਸ ਕਰੇ, ਉਹਨੂੰ ਫਿਰ ਉਹਦੇ ਓਟ ਦੇ ਨਾਲ, ਉਹਦੇ ਆਸਰੇ ਦੇ ਨਾਲ, ਭਈ ਅਸੀਂ ਹੀ ਕਰਨਾ ਆ, ਅਸੀਂ ਹੀ ਕਰਾਂਗੇ। ਹਾਂ, ਸਾਡੇ ਹੀ ਪੁਰਖਿਆਂ ਤੋਂ ਕੰਡੇ ਬੀਜੇ ਜਾਂਦੇ ਨੇ, ਸਾਡੇ ਤੋਂ ਹੀ ਬੀਜੇ ਜਾਂਦੇ ਨੇ। ਅਸੀਂ ਆਪ ਚੁੱਕਦੇ ਹਾਂ, ਸਾਡੀਆਂ ਜਨਰੇਸ਼ਨ ਚੁੱਕਦੀਆਂ, ਅਸੀਂ ਆਪ ਹੀ ਆਉਣ ਵਾਲੀ ਜਨਰੇਸ਼ਨ ਲਈ ਰਾਹ ਪੱਧਰਾ ਕਰਦੇ ਹਾਂ। ਫਿਰ ਉਹਨਾਂ ਦੇ ਤੁਰ ਕੇ ਉਹ ਚੰਗੇ ਰਾਹਾਂ ਤੇ ਤੁਰ ਕੇ ਚੰਗੀਆਂ ਜਗ੍ਹਾ ਤੇ ਪਹੁੰਚਦੇ ਨੇ। ਇਹ ਚੀਜ਼ਾਂ ਨੇ, ਇਹ ਟ੍ਰੈਡੀਸ਼ਨਸ, ਇਹ ਪਰੰਪਰਾਵਾਂ, ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਇੱਥੋਂ ਹੀ ਨਿਕਲ ਪੈਦਾ ਹੁੰਦੀਆਂ ਨੇ। ਰਹਾਓ ਅਗਲਾ ਬਚਨ ਹੈ, ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰ ਜਾ ਰਹੀ। ਸੈਲਫਿਸ਼ ਹੋ ਕੇ ਬੰਦਾ ਕਹੇ ਨਾ ਕਿ ਬਸ ਮੈਂ ਤੇ ਮੈਂ ਹੀ ਹਾਂ, ਹੋਰ ਕੁਛ ਨਹੀਂ ਹੈਗਾ, ਤੇ ਇਹੋ ਜਿਹਾ ਜੀਵਨ ਮੇਰਾ ਹੀ ਹੈ ਨਾ। ਮੈਂ ਜਿਹੜਾ ਆ ਜੋ ਮਰਜ਼ੀ ਚੋਇਸਿਸ ਬਣਾਵਾਂ, ਮੈਂ ਸਿਮਰਨ ਕਰਾਂ, ਪਾਠ ਕਰਾਂ, ਨਾ ਕਰਾਂ, ਨਸ਼ੇ ਪੀਵਾਂ, ਗਲਤ ਕੰਮ ਕਰਾਂ, ਹੂ ਕੇਅਰ। ਇਹ ਕੀ ਹੈ? ਇਹ ਐਕਚੁਅਲ ਲੈਵਲ ਤੇ ਤੁਹਾਨੂੰ ਸ਼ਾਇਦ ਪਤਾ ਇਸ ਬਾਰੇ ਅਹਿਸਾਸ ਹੋਏ, ਸੱਪ ਜਿਹੜਾ ਹੈ ਨਾ, ਇਹ ਸਿੰਬਲ ਆਫ ਆਈਸੋਲੇਸ਼ਨ ਹੈ। ਸੱਪ ਜਿੱਥੇ ਹੋਏਗਾ ਉੱਥੇ ਆਲੇ ਦੁਆਲੇ ਕੋਈ ਜੀ ਨਹੀਂ ਹੋਏਗਾ। ਤੁਸੀਂ ਕਦੀ ਦੇਖੋ ਕਿਉਂ? ਆਪਣੀ ਸ਼ਾਇਦ ਪੰਜਾਬ ਵਿੱਚ ਪਿੰਡਾਂ ਥਾਵਾਂ ਤੇ ਦੇਖਿਆ ਹੋਏ, ਜਦੋਂ ਸੱਪ ਕਿਤੋਂ ਆ ਰਿਹਾ ਹੋਏ ਨਾ, ਤੇ ਜਾਨਵਰਾਂ ਨੂੰ ਪਤਾ ਲੱਗ ਜੇ, ਖਾਸ ਕਰਕੇ ਪੰਛੀਆਂ ਨੂੰ, ਉਹ ਰੌਲਾ ਪਾਉਂਦੇ ਨੇ, ਉਹ ਦੂਜਿਆਂ ਨੂੰ ਅਲਰਟ ਕਰਨਾ ਸ਼ੁਰੂ ਕਰ ਦਿੰਦੇ ਨੇ ਵੀ ਆ ਗਿਆ, ਆ ਗਿਆ, ਆ ਗਿਆ। ਇਹ ਜਿਹੜੀ ਇਹੋ ਜਿਹੀ ਜ਼ਿੰਦਗੀ ਹੈ, ਬੰਦਾ ਆਪਣੇ ਜੀਵਨ ਨੂੰ ਸਮਰਪਿਤ ਕਰੇ ਰੱਬ ਨੂੰ, ਗੁਰੂ ਨੂੰ, ਚੰਗੇ ਖਿਆਲ ਨੂੰ। ਸਿਮਰਨ ਤੁਹਾਨੂੰ ਸੇਵਾ ਦੇ ਸੰਕਲਪ ਵਿੱਚ ਲੈ ਕੇ ਆਉਂਦਾ ਆ। ਜਿਹੜੇ ਲੋਕ ਇਹ ਕਹਿੰਦੇ ਨਾ ਕਿ ਇਟਸ ਮਾਈ ਲਾਈਫ, ਵਟ ਐਵਰ ਆਈ ਥਿੰਕ ਆਈ ਕੈਨ ਡੂ। ਉਹ ਭਾਈ ਤੇਰੀ ਲਾਈਫ ਕਿੱਥੋਂ ਆ ਗਈ? ਕਿਸੇ ਨੇ 9 ਮਹੀਨੇ ਆਪਣੇ ਪੇਟ 'ਚ ਆਪਣੇ 'ਚ ਪਾਲਿਆ, ਤੈਨੂੰ ਆਪਣਾ ਖੂਨ, ਮਿੱਝ, ਸਾਰਾ ਕੁਝ ਦਿੱਤਾ। ਇਸ ਵਾਸਤੇ ਦਿੱਤਾ, ਵਰਿਆਂ ਦੇ ਵਰੇ ਲਾ ਕੇ ਕਿਸੇ ਨੇ ਇੱਕ ਛੋਟੇ ਜਿਹੇ
ਪਾਲ ਪਾਲ ਕੇ ਵੱਡਿਆ ਕੀਤਾ, ਖਾਣ ਪਾਣ ਰਹਿ, ਆਹ ਕੀ ਹੈ? ਵੇਸਟੇਜ ਆਫ ਲਾਈਫ। ਐਂਡ ਨੋਟ ਓਨਲੀ ਯੂ, ਜਿਹੜੀ ਉਹ ਸਾਰੀ ਲੱਗੀ ਹੈ। ਫਿਰ ਉਹਨਾਂ ਦੇ ਪ੍ਰਤੀ ਤੇ ਮੇਰੀਆਂ ਡਿਊਟੀਜ਼ ਨੇ। ਇੱਥੋਂ ਹੀ ਤੇ ਫਿਰ ਬੰਦਾ ਸੇਵਾ ਕਰਦਾ ਆ। ਉਹ ਸੇਵਾ ਫਿਰ ਮਾਂ ਬਾਪ ਦੀ, ਭੈਣ ਭਰਾਵਾਂ ਦੀ, ਫਿਰ ਵੱਡੇ ਲੈਵਲ ਤੇ ਉਹ ਐਸੀ ਸੁਸਾਇਟੀ ਦੀ ਕਿ ਇਹਨਾਂ ਨੂੰ ਮੈਂ ਹੋਰ ਕਿਤੇ ਥੋੜ੍ਹਾ ਲੈ ਦਾਂਗਾ ਕਿ ਸਪੈਸ਼ਲ ਜਗ੍ਹਾ ਤੇ ਕਿਤੇ ਵੀ ਇੱਥੇ ਮੇਰੇ ਸਾਰੇ ਸੁਖੀ ਰਹਿਣਗੇ। ਭਾਈ ਜੇ ਸਮਾਜ ਸਾਰਾ ਸੁਖੀ ਰਹੇਗਾ ਤਾਂ ਹੀ ਇਹ ਸੁਖੀ ਰਹਿਣਗੇ। ਸੋ ਸਮਾਜ ਚਲਾ ਜਾ, ਵਿੱਚ ਦੁਨੀਆ ਸੇਵ ਕਮਾਈ ਹੈ, ਦੁਨੀਆ ਦੀ ਸੇਵਾ 'ਚ ਲੱਗ ਜਾ। ਜਿਸ ਬੰਦੇ ਨੇ ਕਿਹਾ ਨਾ 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 ਮੈਂ ਤੇ ਬਸ ਮੈਂ ਹੀ ਹਾਂ ਉਮਰਾਂ ਭੋਗ ਲਵੇ। ਜੋਗੀ ਸੀਗੇ ਐਵੇਂ ਦੇ, ਮਤਲਬ ਮਾੜੇ ਬੰਦਿਆਂ ਨੂੰ ਛੱਡੋ, ਧਾਰਮਿਕ ਤੌਰ ਤੇ ਬੰਦਿਆਂ ਨੂੰ ਲੈ ਲਵੋ। ਕਹਿੰਦੇ ਕਿ ਬਿਨ ਸਿਮਰਨ ਜੋ ਜੀਵਨ ਬਲਣਾ, ਜਿਹੜਾ ਐਵੇਂ ਬਤੀਤ ਹੋਣਾ ਆ ਸਰਪ ਜੈਸੇ ਅਰਜਾਰੀ, ਜਿਵੇਂ ਸੱਪ ਆਪਣੀ ਉਮਰਾਂ ਭੋਗਦਾ ਆ। ਕਿਆ ਇਹ ਇਹਦੇ ਬਰਾਬਰ ਆ। ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਕੋ ਹਾਰੀ। 9 ਖੰਡਾਂ ਦਾ ਰਾਜਾ ਵੀ ਹੋ ਜਾਏ, ਅਖੀਰ ਬਾਜੀ ਹਾਰ ਕੇ ਜਾਏਗਾ। ਜ਼ਮੀਰ ਫਰੋਸ਼ ਹੋ ਕੇ ਬੰਦਾ ਕਿੰਨਾ ਕੁ ਸਮਾਂ ਜੀਏਗਾ। ਐਂਡ ਆਫ ਦਾ ਡੇ ਜਿਹੜੀ ਜ਼ਮੀਰ ਦੀ ਆਵਾਜ਼ ਆ ਉਹ ਬੰਦੇ ਨੂੰ ਪਨਿਸ਼ ਕਰਦੀ ਹੈ। ਤੇ ਇਹਦੇ ਬਾਰੇ ਸਾਡੇ ਕੋਲ ਇੰਨਾ ਕੁ ਲਿਟਰੇਚਰ ਮੌਜੂਦ ਆ। ਲੋਕੀ ਦੱਸਦੇ ਨੇ, ਲੋਕੀ ਕਹਿੰਦੇ ਨੇ, ਬੰਦੇ ਨੂੰ ਕਈ ਵਾਰੀ ਅਹਿਸਾਸ ਨਹੀਂ ਆਉਂਦਾ ਕਿ ਮੈਂ ਕੀ ਕਰ ਰਿਹਾ। ਮੈਂ ਅੱਜ ਤੁਸੀਂ ਦੇਖੋ ਨਾ, ਖਾਸ ਕਰਕੇ ਪੰਜਾਬ ਦੇ ਹਾਲਾਤਾਂ ਦੇ ਵਿੱਚ ਤੁਸੀਂ ਦੇਖਦੇ ਹੋ ਅੱਜ ਦੀ ਤਾਰੀਖ ਦੇ ਵਿੱਚ, ਮਤਲਬ ਵਿੰਟਰ ਟਾਈਮ ਆ, ਸਿਆਲ ਆ, ਰੋਡਾਂ 'ਤੇ ਸੜਕਾਂ 'ਤੇ ਉਹ ਲੋਕ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਵੀ ਸੁਖਿਆ ਥੋੜ੍ਹਾ ਸੀਗਾ ਵੀ ਇਹ ਕਰਨਾ। ਪੰਜਾਬੀ ਨੂੰ ਸੁਖਣੀ ਵੀ ਜੇ ਇਹ ਕੰਮ ਨਾ ਹੋਇਆ ਤੇ ਉੱਥੇ ਜਾਵਾਂਗੇ, ਆ ਕੰਮ ਹੋ ਗਿਆ ਤੇ ਫਲਾਂ ਜਗ੍ਹਾ ਤੇ ਜਾਵਾਂਗੇ। ਇਸ ਕਿਸਮ ਦੇ ਨਾਲ ਚੋਇਸ ਥੋੜ੍ਹਾ ਆ ਕੋਈ। ਨੋ, ਬਿਕੋਜ਼ ਦਿਸ ਰਿਹਾ ਆ, ਜਿਹਨੂੰ ਥੋੜ੍ਹੀ ਜਿਹੀ ਰੱਬ ਨੇ ਸੁਰਤ ਦਿੱਤੀ ਏ, ਅੱਖਾਂ ਦਿੱਤੀਆਂ ਨੇ, ਦਿਸ ਰਿਹਾ ਵੀ ਕੀ ਹੋਣ ਵਾਲਾ ਸਾਹਮਣੇ ਤੌਰ ਤੇ ਕੱਲੇ ਨੂੰ ਉਹਦੀ ਤੇ ਆਵਾਜ਼ ਹੀ ਕੋਈ ਨਹੀਂ। ਉਹ ਤੇ ਬਾਏ ਚਾਂਸ ਉਹ ਆਵਾਜ਼ ਜਨ ਆਵਾਜ਼ ਬਣ ਗਈ, ਲੋਕਾਂ ਨੂੰ ਪਤਾ ਲੱਗਾ ਉਹ ਮਰ ਚੱਲੇ ਆ, ਉਠੋ ਆਹੋ ਜੀ ਬਾਤ ਬਣੀ। ਤੇ ਕੁਝ ਸਿੱਖੀ ਦਾ ਸੰਕਲਪ ਆ, ਕੁਝ ਤੁਹਾਡੀਆਂ ਟ੍ਰੈਡੀਸ਼ਨਸ ਨੇ, ਕੁਝ ਇਹੋ ਜਿਹਾ ਇੰਸਟੀਟਿਊਸ਼ਨ ਗੁਰੂ ਬਿਲਡ ਕਰ ਗਿਆ ਜਿਹਦੇ 'ਚ ਲੰਗਰ ਆ, ਜਿਹਦੇ 'ਚ ਸੰਗਤ ਆ, ਜਿਹਦੇ 'ਚ ਪੰਗਤ ਆ, ਜਿਹਦੇ 'ਚ ਆਪਾਂ ਨਿਵਾਰਨ ਦੀ ਕੁਝ ਬਾਤ ਅਜੇ ਤੱਕ ਚੱਲਦੀ ਹੈ। ਆ ਸਭਾ ਲੱਗਦੀ ਸਾਲਾਂ ਦੇ ਸਾਲਾਂ ਤੋਂ, ਸਾਹਿਬਜ਼ਾਦਿਆਂ ਨੂੰ ਯਾਦ ਕਰਦੇ, ਸ਼ਹੀਦਾਂ ਨੂੰ ਯਾਦ ਕਰਦੇ। ਦੱਸਿਆ ਜਾਂਦਾ ਆਪਣਾ ਖੂਨ ਡੋਲ ਕੇ ਦੂਜਿਆਂ ਨੂੰ ਬਚਾ ਲਓ ਤਾਂ ਵੀ ਜ਼ਿੰਦਗੀ ਲੇਖੇ 'ਚ ਆ। ਉਹ ਇਹ ਸਾਰੇ ਕਲਚਰ ਦੇ ਵਿੱਚੋਂ ਆ ਚੀਜ਼ ਨਿਕਲ ਆਈ। ਅਦਰਵਾਈਜ਼ ਜਿਸ ਕਿਸਮ ਦੇ ਨਾਲ ਮਨੁੱਖਤਾ ਦੇ ਘਾਣ ਕਰਨ ਦੀ ਬਾਤ ਹੋ ਰਹੀ ਹੈ, ਇਹ ਤੇ ਕੋਈ ਕੌਣ ਬਚਾਏਗਾ। ਤਰਸ ਕੇ ਮਰਨਾ, ਮਤਲਬ ਰੋਟੀ ਤੋਂ ਬੇਜ਼ਾਰ ਹੋ ਕੇ ਮਰਨਾ। ਤੁਸੀਂ ਇਹ ਸਾਰਾ ਕੁਝ, ਤੇ ਇਹ ਨਹੀਂ ਕਿ ਕੋਈ ਬੰਦਾ ਕਹਿੰਦਾ ਤੁਸੀਂ ਇਹ ਕੈਸੀਆਂ ਗੱਲਾਂ ਕਰਦੇ ਹੋ, ਐਸੀਆਂ ਗੱਲਾਂ ਵਾਲੀ ਕੋਈ ਗੱਲ ਨਹੀਂ ਹੈਗੀ। ਉਸੇ ਖਿੱਤੇ ਦੇ ਵਿੱਚ ਸਟੇਟ ਬਾਏ ਸਟੇਟ ਚਲੇ ਜਾਓ, ਤੁਸੀਂ ਜਾ ਕੇ ਵੇਖ ਲਵੋਗੇ। ਕਹਿੰਦੇ ਨਾ ਵੀ ਪੰਜਾਬ ਦੀ ਧਰਤੀ ਬੜੀ ਜ਼ਰਖੇਜ਼ ਧਰਤੀ, ਬੜੀ ਉਪਜਾਊ ਧਰਤੀ, ਕਮਾਲ ਹੈ ਜੀ, ਇਸ ਤਰੀਕੇ ਨਾਲ ਹੈ। ਭਾਈ ਬਿਹਾਰ ਜਾ ਕੇ ਵੇਖ ਲਵੋ, ਧਰਤੀ ਬਿਲਕੁਲ ਮਿੱਟੀ ਉਵੇਂ ਦੀ ਹੈ, ਪਾਣੀ ਹੈ, ਸਾਰਾ ਕੁਝ ਹੈਗਾ ਉੱਥੇ, ਐਵਰੀਥਿੰਗ ਇਜ਼ ਦੇਅਰ। ਤੁਸੀਂ ਯੂਪੀ ਦੇ ਬਹੁਤ ਇਲਾਕੇ ਦੇਖ ਲਓ, ਬੈਲਟਾਂ ਦੀਆਂ ਬੈਲਟਾਂ, ਤੁਹਾਡੇ ਤੋਂ ਵੀ ਜ਼ਿਆਦਾ ਮਿੱਟੀ ਉਪਜਾਊ ਹੈ, ਬਲਕਿ ਉਹਨਾਂ ਕੋਲ ਜ਼ਿਆਦਾ ਕੁਝ ਆ। ਤੁਹਾਡੇ ਕੋਲ ਤੇ ਕੋਲੇ ਦੀਆਂ ਖਾਨਾਂ ਹੀ ਨਹੀਂ ਹੈਗੀਆਂ, ਸਭ ਕੁਝ ਹੈ। ਜ਼ਿੰਦਗੀ ਦੀ ਹਾਲਤ ਦੇਖੋ ਜਾ ਕੇ ਕੀ ਹੈ। ਇਹ ਕੀ ਹੈ? ਇਹਨੂੰ ਛੱਡੋ, ਅਫਰੀਕਾ 'ਚ ਆ ਜਾਓ। ਭਾਈ ਇਹ ਸਾਰੀਆਂ ਚੀਜ਼ਾਂ, ਤੇ ਜਿਹੜਾ ਮਤਲਬ ਜਿਹਦੇ ਹੱਥ ਲੱਗ ਜੇ ਨਾ ਵੀ ਮੈਨੂੰ ਕੋਈ ਤਾਕਤ ਮਿਲ ਗਈ ਹੈ, ਤੇ ਇਹ ਇੱਕ ਐਬਸਲੂਟ ਪਾਵਰ ਜਿਹੜੀ ਹੈ ਨਾ, ਇਹ ਬੜਾ ਮਾਰਦੀ ਹੈ। ਜਿਹਨੂੰ ਸਾਹਿਬ ਨੇ ਕਿਹਾ ਨਵ ਖੰਡਨ ਕੋ ਰਾਜ ਕਮਾਵੇ। ਚੜ੍ਹਦੀ ਸਵੇਰ ਬੰਦਾ ਸਿਮਰਨ ਕਰੇ, ਬੈਠ ਕੇ ਰੱਬ ਕਰੇ। ਇਹ ਚੀਜ਼ਾਂ ਨੇ। ਮੈਂ ਕਿਸੇ ਦੀ ਪ੍ਰੇਜ਼ ਨਹੀਂ ਕਰਦਾ, ਕੋਈ ਚੀਜ਼ਾਂ ਨਹੀਂ, ਪਰ ਕਈ ਵਾਰ ਸੁਰਤੇ 'ਚ ਰਹਿੰਦੀਆਂ ਨੇ, ਪੜ੍ਹਦਿਆਂ ਸਮਝਦਿਆਂ ਚੀਜ਼ਾਂ ਨਾਲ ਚੱਲਦੀਆਂ ਨੇ। ਮੈਨੂੰ ਯਾਦ ਹੈ, ਇਸ ਤੋਂ ਪਹਿਲਾਂ ਜਿਹੜਾ ਮੁਲਕ ਦਾ ਮੁਖੀ ਸੀਗਾ ਸਰਦਾਰ ਜੀ ਪੱਗ ਵਾਲਾ, ਤੇ ਉਹ ਬਣਿਆ ਨਵਾਂ ਤੇ ਉਹ ਇਸ ਤਰੀਕੇ ਨਾਲ ਤੇ ਉਹਦੀ ਵਾਈਫ ਨੂੰ ਪ੍ਰੈਸ ਇੰਟਰਵਿਊ ਕਰਦੀ ਹੈ, ਤੇ ਉਹ ਪ੍ਰੈਸ ਵਾਲੇ ਉਹਨੂੰ ਪੁੱਛਦੇ ਨੇ ਕਿ ਓਕੇ ਜਿਹੜਾ LPG ਗੈਸ ਦਾ ਸਿਲੰਡਰ ਹੈ ਜਿਹੜਾ ਕਿਚਨ 'ਚ ਇਸਤੇਮਾਲ ਹੁੰਦਾ ਆ, ਤੇ ਉਹ ਇੰਨੀ ਪ੍ਰਾਈਜ਼ ਹੋ ਗਈ ਹੈ, ਤੇ
ਤੁਸੀਂ ਕੁਝ ਕਹੋਗੇ, ਤੁਸੀਂ ਗ੍ਰਹਿਣੀ ਹੋ, ਘਰ ਰਸੋਈ ਸੰਭਾਲਦੇ ਹੋ, ਕਿ ਉਹਨੂੰ ਆਪਣੇ ਘਰ ਵਾਲੇ ਨੂੰ ਵੀ ਉਹਦੀ ਪ੍ਰਾਈਜ਼ ਨਾ ਵਧੇ। ਆਲਰੇਡੀ ਕਿਚਨ 'ਚ ਕੁਕਿੰਗ ਕਰਨੀ ਬੜੀ ਔਖੀ ਹੈ, ਔਰਤਾਂ ਤੇ ਵਿਚਾਰੀਆਂ ਬੜੀ ਮੁਸ਼ਕਲ ਦੇ ਨਾਲ ਗੈਸ ਗੂਸ ਚਲਾ ਕੇ ਥੋੜ੍ਹਾ ਬਹੁਤਾ ਕੰਮ ਚਲਾਉਂਦੀਆਂ ਨੇ। ਤੇ ਉਹਨੇ ਲਿਟਰਲੀ ਤੌਰ ਤੇ ਉਹਨਾਂ ਦੇ ਸਾਹਮਣੇ ਕਿਹਾ, ਕਹਿੰਦੀ ਨਹੀਂ ਬਿਲਕੁਲ ਠੀਕ ਗੱਲ ਹੈ ਤੁਹਾਡੀ, ਮੈਂ ਤੇ ਖੁਦ ਮਤਲਬ ਗੈਸ ਇੰਨੇ ਦੀ ਪ੍ਰਾਈਜ਼ ਹੋ ਗਈ ਹੈ ਤੇ ਦੂਜਾ ਜਿਹੜਾ ਨਹੀਂ ਵਧਣੀ ਚਾਹੀਦੀ। ਨਾ 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 ਨਾ। ਜਿਹੜਾ ਬੰਦਾ ਘਰ ਗ੍ਰਸਤ ਵਿੱਚ ਰਹਿੰਦਾ ਆ, ਬੱਚਿਆਂ 'ਚ ਰਹਿੰਦਾ, ਪਰਿਵਾਰ ਵਿੱਚ ਰਹਿੰਦਾ, ਮਾਂ ਬਾਪ ਦੇ ਦੁੱਖ ਸੁੱਖ ਵੇਖਦਾ, ਬਜ਼ੁਰਗਾਂ ਦੇ ਕਿੱਦਾਂ ਮਤਲਬ ਗੋਡੇ ਗਿੱਟੇ ਦੁਖਦੇ, ਠੰਡ ਕਿਵੇਂ ਕਰਦੀ, ਗੁਰਬਤ ਗਰੀਬੀ ਚੋਂ ਨਿਕਲਦਾ, ਉਹਨੂੰ ਪਤਾ ਆ ਜ਼ਿੰਦਗੀ ਕੀ ਹੈ। ਜਿਹਨੇ ਵੇਖਿਆ ਹੀ ਕੁਛ ਨਹੀਂ, ਉਹਨੂੰ ਕੀ ਪਤਾ ਜ਼ਿੰਦਗੀ ਕੀ ਹੈ। ਸੋ ਇਹ ਹੈ ਸਿਮਰਨ ਤੁਹਾਨੂੰ ਮਨੁੱਖ ਹੋਣ ਦੀ ਹੋਂਦ ਵਿੱਚ ਲੈ ਆਉਂਦਾ ਆ। ਅਦਰਵਾਈਜ਼ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੁਹਾਰੀ। ਅਖੀਰ ਭਾਈ ਬਾਜੀ ਹਾਰ ਕੇ ਜਾਏਗਾ। ਇਹ ਹਾਰ ਕੱਲੀ ਇੱਕ ਲੈਵਲ ਦੀ ਹਾਰ ਨਹੀਂ ਹੁੰਦੀ, ਕਰਤਾਰੀ ਕੁਦਰਤ ਤੇ ਹੈ। ਇਹ ਤੇ ਆਖਰਕਾਰ ਸਭ ਨੇ ਇਹ ਤਾਂ ਮੁੱਕਣਾ ਹੀ ਹੈ ਨਾ ਇੱਕ ਦਿਨ। ਅਗਲੇ ਬਚਨ ਨੇ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾਂ ਕੋ ਕਿਰਪਾ ਤਾਰੀ। ਜਿਹਦੇ ਉੱਤੇ ਕਿਰਪਾ ਦਾ ਘਰ ਅਕਾਲ ਪੁਰਖ ਵਾਹਿਗੁਰੂ ਤਰਸ ਕਰਦਾ ਹੈ ਨਾ, ਉਸ ਗੁਣੀ ਨਿਧਾਨ ਦੇ ਗੁਣ ਗਾਉਂਦਾ ਹੈ, ਉਹ ਸਿਮਰਨ ਕਰਦਾ ਹੈ। ਸੋ ਸੁਖੀਆ ਧਨ ਉਸ ਜਨਮਾ। ਉਹ ਮਹਾ ਸੁਖੀ ਹੈ, ਉਹਦਾ ਧਰਤੀ ਤੇ ਆਉਣਾ, ਜਨਮ ਲੈਣਾ ਧਨਤਾ ਦੇ ਯੋਗ ਹੈ। ਧਨ ਉਸ ਜਨਮਾ। ਉਹਨੂੰ ਕਿਹਾ ਜਾਏ ਵੀ ਹਾਂ ਭਾਈ ਇਹਨੂੰ ਜੀਵਨ ਮਿਲਣਾ ਸਫਲਾ ਹੋ ਗਿਆ। ਨਾਨਕ ਤਿਸ ਬਲਿਹਾਰੀ। ਇਹ ਨਾਨਕ ਕਹਿ ਮੈਂ ਤੇ ਖੁਦ ਤੋਂ ਬਲਿਹਾਰ ਜਾਣਾ। ਗੁਰੂ ਅਰਜਨ ਸਾਹਿਬ ਬਾਤ ਕਹਿੰਦੇ, ਕਿਆ ਮਹਾਨਤਮ ਸੰਦੇਸ਼ ਉਪਦੇਸ਼ ਗੁਰੂ ਸਾਹਿਬ ਇਹਨਾਂ ਸ਼ਬਦਾਂ ਇਹਨਾਂ ਬਾਣੀ ਦੇ ਬਚਨਾਂ ਨਾਲ ਹੀ ਸਾਨੂੰ ਸਮਝਾਉਂਦੇ। ਸਭ ਰਹਿਮਤ ਕਰਨ ਇਹਨਾਂ ਬਚਨਾਂ ਦਾ ਅਸਰ ਸਾਡੇ ਜੀਵਨ ਤੇ ਆਵੇ। ਇਨੀਆਂ ਕੁ ਬੇਨਤੀਆਂ ਨਾਲ ਖਿਮਾ ਸਭ ਪ੍ਰੇਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।